हेलो फ्रेंड्स, चलो अज आप अपना पहला पेपर डिस्कस करांगे जो कि है पंजाब सिविल सर्विस रूल्स का। तो अज आप अपनी पहली बुक डिस्कस करांगे जो कि है पंजाब सिविल सर्विस रूल्स वॉल्यूम 1। तो इस दे विच आपां की पढ़ांगे बुक दी इस बुक विच आपां पे नाल रिलेटेड सारा कुछ पढ़ांगे, अलाउंसेस, लीव, जॉइनिंग टाइम ते जनरल कंडीशंस ऑफ सर्विस। इस तो इलावा इस दे विच आपां सस्पेंशन रिमूवल बारे भी पढ़ांगे, सर्विस बुक बारे भी थोड़ा जिहा पढ़ांगे ते इस बुक नूं आपां मेन रूल्स भी कहने आ। ये बुक लेटेस्ट अमेंड हुई है 31 जनवरी 2016 दी। ठीक है फ्रेंड्स, तो चलो आपां हुण इहदे फस्ट चैप्टर ते चलदे आ जो कि है एक्सटेंट ऑफ एप्लीकेशन। इसनों पावांगे पंजाब सिविल सर्विस रूल्स वॉल्यूम 1 पार्ट 1 दा चैप्टर 1 एक्सटेंट ऑफ एप्लीकेशन। ਇਹਦਾ ਕੀ मतलब है कि ਇਹ रूल्स किस किस ते किस हद तक अप्लाई ਹੁੰਦੇ ਨੇ। ਤਾਂ ਇਸ ਵਿੱਚ ਸਭ ਤੋਂ ਪਹਿਲਾ ਰੂਲ ਆਪਾਂ ਪੜਾਂਗੇ ਰੂਲ 1.1। ਇਸ ਨੂੰ ਆਪਾਂ ਜੇ ਦੱਸਣਾ ਹੋਵੇ ਤਾਂ ਐਵੇਂ ਦੱਸਾਂਗੇ ਕਿ ਦਿਸ ਇਜ਼ ਦੀ ਰੂਲ 1.1 ਆਫ ਪੰਜਾਬ ਸਿਵਲ ਸਰਵਿਸ ਰੂਲਸ ਵੋਲਿਊਮ 1 ਪਾਰਟ 1। ਤਾਂ ਇਹ ਸਭ ਤੋਂ ਪਹਿਲਾ ਰੂਲ ਆਪਾਂ ਨੂੰ ਕੀ ਕਹਿੰਦਾ, ਇਹ ਕਹਿੰਦਾ ਵੀ these rules which have been issued by governor of Punjab। ਇਹ ਰੂਲਸ ਕਿਹਨੇ ਇਸ਼ੂ ਕੀਤੇ ਨੇ? ਗਵਰਨਰ ਆਫ ਪੰਜਾਬ ਨੇ ਇਸ਼ੂ ਕੀਤੇ ਨੇ ਅੰਡਰ ਪ੍ਰੋਵੀਜ਼ੋ ਟੂ ਆਰਟੀਕਲ 309 ਆਫ ਕਨਸਟੀਟਿਊਸ਼ਨ ਆਫ ਇੰਡੀਆ। ਇਸ ਦਾ ਕੀ ਮਤਲਬ ਹੈ ਕਿ ਇਸ ਆਰਟੀਕਲ ਦੇ ਵਿੱਚ ਗਵਰਨਰ ਨੂੰ ਪਾਵਰ ਦਿੱਤੀ ਗਈ ਹੈ ਸਿਵਲ ਸਰਵਿਸ ਰੂਲਸ ਦੇ ਰਿਗਾਰਡਿੰਗ, ਪੰਜਾਬ ਸਿਵਲ ਸਰਵਿਸ ਰੂਲ ਦੇ ਰਿਗਾਰਡਿੰਗ। ਤਾਂ ਇਹ ਰੂਲਸ ਕਦੋਂ ਤੋਂ ਇਨਫੋਰਸ ਹੋਏ ਨੇ? ਦੇ ਸ਼ੈਲ ਕਮ ਇਨਟੂ ਫੋਰਸ ਫਰਮ 1 ਅਪ੍ਰੈਲ 1953। ਇਹ ਆਪਣਾ ਫਸਟ ਰੂਲ ਸੀਗਾ। ਉਸ ਤੋਂ ਬਾਅਦ ਹੁਣ ਆਪਣਾ ਸੈਕੰਡ ਰੂਲ ਆ ਗਿਆ। ਆਪਣੇ ਸੈਕੰਡ ਰੂਲ ਦੇ ਵਿੱਚ ਕੀ ਹੈ ਵੀ ਇਹ ਰੂਲਸ ਕਿਸ ਕਿਸ ਤੇ ਅਪਲਾਈ ਹੋਣਗੇ? ਸ਼ੈਲ ਅਪਲਾਈ। ਇਸ ਦਾ ਕੀ ਮਤਲਬ ਹੈ ਕਿਸ ਕਿਸ ਤੇ ਅਪਲਾਈ ਹੋਣਗੇ? ਤਾਂ ਇਹ ਰੂਲਸ ਮੈਂਬਰ ਆਫ ਸਰਵਿਸ ਗਰੁੱਪ A ਐਂਡ B, ਗਰੁੱਪ C, ਗਰੁੱਪ D, holders of special post, any other government employee or class of government employee to whom the competent authority may by general or special order may make them applicable। ਜਦੋਂ ਵੀ ਕੋਈ ਗਵਰਨਮੈਂਟ ਦੇ ਵਿੱਚ ਗਰੁੱਪ A ਸਰਵਿਸ 'ਚ ਆਏਗਾ, ਗਰੁੱਪ B, ਗਰੁੱਪ C, ਗਰੁੱਪ D ਜਾਂ ਕਿਸੇ ਸਪੈਸ਼ਲ ਪੋਸਟ 'ਤੇ ਆਏਗਾ, ਉਹਨਾਂ ਸਾਰਿਆਂ 'ਤੇ ਸਿਵਲ ਸਰਵਿਸ ਰੂਲਸ ਐਪਲੀਕੇਬਲ ਹੋਣਗੇ। ਇਸ ਤੋਂ ਇਲਾਵਾ ਗਵਰਨਮੈਂਟ ਜਿਨ੍ਹਾਂ ਵੀ ਪੋਸਟਾਂ ਵਾਸਤੇ ਕਹੇਗੀ, ਸਪੈਸ਼ਲ ਆਰਡਰ ਕੱਢੇਗੀ ਵੀ ਉਹਨਾਂ 'ਤੇ ਸਪੈਸ਼ਲ ਆਰਡਰ ਕੱਢੇਗੀ ਵੀ ਉਹਨਾਂ 'ਤੇ ਸਿਵਲ ਸਰਵਿਸ ਰੂਲਸ ਅਪਲਾਈ ਹੋਣੇ, ਤਾਂ ਉਹਨਾਂ 'ਤੇ ਵੀ ਅਪਲਾਈ ਹੋ ਜਾਣਗੇ। ਤੇ ਫਰੈਂਡਸ ਹੁਣ ਇਹ ਆ ਗਿਆ ਪ੍ਰੋਵਾਈਡਡ ਦੈਟ। ਇਹਦਾ ਕੀ ਮਤਲਬ ਹੁੰਦਾ? ਪ੍ਰੋਵੀਜ਼ੋ। ਦਿਸ ਇਜ਼ ਪ੍ਰੋਵੀਜ਼ੋ ਟੂ ਰੂਲ 1.2 ਆਫ ਪੰਜਾਬ ਸਿਵਲ ਸਰਵਿਸ ਰੂਲਸ ਵੋਲਿਊਮ 1 ਪਾਰਟ 1। ਇਸ ਤਰ੍ਹਾਂ ਬੋਲਾਂਗੇ ਇਸਨੂੰ। ਤਾਂ ਇਹ ਫਸਟ ਪ੍ਰੋਵੀਜ਼ੋ ਹੈ। ਫਸਟ ਪ੍ਰੋਵੀਜ਼ੋ ਕੀ ਕਹਿੰਦਾ? ਪ੍ਰੋਵਾਈਡਡ ਦੈਟ ਦੀ ਰੂਲਸ ਇਨ ਪਾਰਟ 1। ਉਹ ਕਹਿੰਦਾ ਪਾਰਟ 1 ਪੈਨਸ਼ਨ ਤੇ GPF ਰੂਲਸ ਜੋ ਕਿ ਵੋਲਿਊਮ 2 ਦੇ ਵਿੱਚ ਪਏ ਨੇ, ਉਹ ਐਪਲੀਕੇਬਲ ਨਹੀਂ ਹੋਣਗੇ ਜੋ ਇੰਪਲੋਈਜ਼ 1/1/2004 ਤੋਂ ਬਾਅਦ ਭਰਤੀ ਹੋਏ ਨੇ। ਜਿਵੇਂ ਤੁਸੀਂ ਵੈਸੇ ਵੀ ਸੁਣਿਆ ਹੋਣਾ ਵੀ 1/1/4 ਤੋਂ ਬਾਅਦ ਪੈਨਸ਼ਨ ਬੰਦ ਹੋ ਗਈ ਹੈ, ਤਾਂ ਉਹੀ ਇਸ ਰੂਲ ਦੇ ਵਿੱਚ ਲਿਖਿਆ ਹੋਇਆ ਹੈ ਵੀ ਪਾਰਟ 2 ਵੋਲਿਊਮ ਪੰਜਾਬ ਸਿਵਲ ਸਰਵਿਸ ਰੂਲਸ ਵੋਲਿਊਮ 2 ਦੇ ਵਿੱਚ ਜੋ ਪੈਨਸ਼ਨ ਰੂਲਸ ਨੇ, ਠੀਕ ਹੈ, ਪੈਨਸ਼ਨ ਰੂਲਸ ਤੇ GPF ਰੂਲਸ, ਉਹ ਰੂਲਸ 1/1/4 ਤੋਂ ਬਾਅਦ ਭਰਤੀ ਹੋਏ ਇੰਪਲੋਈਜ਼ ਤੇ ਨਹੀਂ ਲਾਗੂ ਹੋਣਗੇ। ਤਾਂ ਫਿਰ ਹੁਣ ਕੁਐਸਚਨ ਹੁੰਦਾ ਵੀ ਉਹਨਾਂ ਤੇ ਕੀ ਅਪਲਾਈ ਹੋਏਗਾ? ਤਾਂ ਅੱਗੇ ਲਿਖਿਆ ਹੋਇਆ ਹੈ ਦੇ ਸ਼ੈਲ ਬੀ ਕਵਰਡ ਬਾਏ ਡਿਫਾਈਨਡ ਕੰਟਰੀਬਿਊਟਰੀ ਪੈਨਸ਼ਨ ਸਕੀਮ। ਇਹਨਾਂ ਵਾਸਤੇ ਇਹਨੂੰ ਆਪਾਂ NPS ਵੀ ਕਹਿ ਦਿੰਦੇ ਆ, ਇਹ ਉਹੀ ਚੀਜ਼ ਹੈ। ਤਾਂ ਉਹਨਾਂ ਤੇ ਇਹ ਵਾਲੀ ਸਕੀਮ ਐਪਲੀਕੇਬਲ ਹੋਏਗੀ। ਉਸ ਤੋਂ ਬਾਅਦ ਨੋਟ 1 ਆ ਜਾਂਦਾ। ਨੋਟ 1 ਦੇ ਵਿੱਚ ਕੀ ਲਿਖਿਆ? ਅਨਲੈਸ ਸਟੇਟਡ ਟੂ ਕੰਟਰੇਰੀ ਇਨ ਐਨੀ ਰੂਲ ਔਰ ਰੂਲਸ is apparent from the context the term government employee। ਤਾਂ ਗਵਰਨਮੈਂਟ EMPLOYEE ਦੀ ਡੈਫੀਨੇਸ਼ਨ ਦੇ ਵਿੱਚ ਕੀ ਆ ਜਾਂਦਾ ਹੈ? ਟੈਂਪਰੇਰੀ ਤੇ ਆਫੀਸ਼ੀਏਟਿੰਗ ਗਵਰਨਮੈਂਟ EMPLOYEE ਦੋਨੋਂ ਆ ਜਾਂਦੇ ਨੇ। ਉਸ ਤੋਂ ਬਾਅਦ ਨੋਟ 2 ਦੇ ਵਿੱਚ ਸਿੱਧਾ ਸਿੱਧਾ ਲਿਖਿਆ ਹੋਇਆ ਕਿ ਸਪੀਕਰ ਆਫ ਲੈਜਿਸਲੇਟਿਵ ਅਸੈਂਬਲੀ ਉਹ ਐਗਰੀ ਹੋਇਆ ਅੰਡਰ ਆਰਟੀਕਲ 187(3) ਦੇ ਤਹਿਤ ਵੀ ਉਹਨਾਂ ਦੇ ਇੰਪਲੋਈਜ਼ ਤੇ ਵੀ ਪੰਜਾਬ ਸਿਵਲ ਸਰਵਿਸ ਰੂਲਸ ਐਪਲੀਕੇਬਲ ਹੋਣਗੇ। ਉਸ ਤੋਂ ਬਾਅਦ ਨੋਟ 3 ਆ ਗਿਆ। ਕਹਿੰਦੇ ਦੀ ਚੀਫ ਜਸਟਿਸ ਆਫ ਪੰਜਾਬ the Chief Justice of Punjab High Court has agreed that the application of these rules मतलब ਉਹਨਾਂ ਦੇ ਹਾਈ ਕੋਰਟ ਦੇ ਇੰਪਲੋਈਜ਼ ਤੇ ਵੀ ਇਹੀ ਰੂਲਸ ਐਪਲੀਕੇਬਲ ਹੋਣਗੇ। ਇਸੇ ਤਰ੍ਹਾਂ ਨੋਟ 4 ਹੈ। ਨੋਟ 4 ਦੇ ਵਿੱਚ ਕਹਿੰਦੇ ਚੇਅਰਮੈਨ PPSC ਨੇ ਕਿਹਾ ਜਿਹੜੇ ਉਹਨਾਂ ਦੇ ਇੰਪਲੋਈਜ਼ ਨੇ ਉਹਨਾਂ ਤੇ ਵੀ ਆਹੀ ਰੂਲਸ ਐਪਲੀਕੇਬਲ ਹੋ ਜਾਣਗੇ। ਉਸ ਤੋਂ ਬਾਅਦ ਆ ਗਿਆ ਰੂਲ 1.1 ਦਾ ਸਬ ਰੂਲ 2। ਆਪਾਂ ਪਹਿਲਾਂ ਸਬ ਰੂਲ 1 ਪੜਿਆ ਸੀਗਾ, ਠੀਕ ਹੈ ਫਰੈਂਡਸ। ਤਾਂ ਇੱਥੇ ਹੁਣ ਆ ਜਾਏਗਾ ਆਪਣਾ ਸਬ ਰੂਲ 2। ਸਬ ਰੂਲ 2 ਦੇ ਵਿੱਚ ਕੀ ਕਹਿੰਦਾ? ਜਿਹੜਾ ਵੀ ਬੰਦਾ ਕੋਈ ਟੈਂਪਰੇਰੀ ਟਰਾਂਸਫਰ ਤੇ ਗਿਆ
ਅਨਦਰ ਸਟੇਟ ਗਵਰਨਮੈਂਟ ਚ ਗਿਆ, ਚਾਹੇ ਸੈਂਟਰਲ ਗਵਰਨਮੈਂਟ ਚ ਗਿਆ, ਚਾਹੇ ਉਹ ਫੋਰਨ ਸਰਵਿਸ ਹੈ, ਤਾਂ ਉਹਨਾਂ ਤੇ ਇਹੀ ਵਾਲੇ ਰੂਲਸ ਐਪਲੀਕੇਬਲ ਹੋਣਗੇ। ਇਨ ਦੀ ਕੇਸ ਆਫ ਗਵਰਨਮੈਂਟ EMPLOYEE ਔਨ ਫੋਰਨ ਸਰਵਿਸ ਆਊਟਸਾਈਡ ਇੰਡੀਆ, ਜਿਹੜਾ ਬੰਦਾ ਆਊਟਸਾਈਡ ਇੰਡੀਆ ਫੋਰਨ ਸਰਵਿਸ ਤੇ ਗਿਆ ਹੋਇਆ ਤਾਂ on temporary transfer to armed forces, these rules shall apply only to the extent provided in the terms and the condition। मतलब कि ਜਦੋਂ ਉਸ ਨਾਲ ਐਗਰੀਮੈਂਟ ਹੋਇਆ ਹੋਊਗਾ, ਜੋ ਐਗਰੀਮੈਂਟ ਦੇ ਵਿੱਚ ਜਿੱਥੇ ਤੱਕ ਲਿਖਿਆ ਹੋਊਗਾ ਵੀ ਸਿਵਲ ਸਰਵਿਸ ਰੂਲਸ ਐਪਲੀਕੇਬਲ ਹੋਣਗੇ, ਉੱਥੇ ਤੱਕ ਸਿਵਲ ਸਰਵਿਸ ਰੂਲਸ ਐਪਲੀਕੇਬਲ ਹੋਣਗੇ। ਉਸ ਤੋਂ ਬਾਅਦ ਜੋ ਉਹਨਾਂ ਦੀ ਕੰਟਰੈਕਟ ਜਾਂ ਐਗਰੀਮੈਂਟ ਦੀਆਂ ਕੰਡੀਸ਼ਨਸ ਹੋਣਗੀਆਂ ਉਹ ਫੋਲੋ ਹੋਣ ਲੱਗ ਜਾਣਗੀਆਂ। ਉਸ ਤੋਂ ਬਾਅਦ ਆ ਜਾਏਗਾ ਆਪਣਾ ਰੂਲ 1.3। 1.3 ਆਪਾਂ ਪੜ੍ਹ ਕੇ ਦੇਖਦੇ ਹਾਂ ਕੀ ਕਹਿੰਦਾ। When in the opinion of competent authorities, special provisions inconsistent with these rules are required with reference to any particular post or any condition, the authority may, notwithstanding anything otherwise contained in these rules, subject to the provision clause 2 of Article 310 of Constitution of India, provide agreement with the person appointed to such post for matters in respect of the opinion that authority special provisions are required to be made। ਮਤਲਬ ਇਹਨਾਂ ਨੇ ਕਿਹਾ ਹੋਇਆ ਹੈ ਵੀ ਜਦੋਂ ਵੀ ਕਿਸੇ ਪੋਸਟ ਵਾਸਤੇ ਉਹਨਾਂ ਨੂੰ ਸਪੈਸ਼ਲ ਪ੍ਰੋਵੀਜ਼ਨਸ ਦੀ ਲੋੜ ਹੋਏਗੀ, ਮਤਲਬ ਜੋ ਇਹਨਾਂ ਨੂੰ ਰੂਲਸ ਦੇ ਵਿੱਚ ਨਹੀਂ ਮਿਲ ਰਿਹਾ, ਤਾਂ ਉਹਨਾਂ ਨਾਲ ਐਗਰੀਮੈਂਟ ਕਰਕੇ ਉਹ ਨਵੀਆਂ ਕੰਡੀਸ਼ਨਸ ਵੀ ਪਾ ਸਕਦੇ ਨੇ। ਪ੍ਰੋਵਾਈਡਡ ਦੈਟ ਐਵਰੀ ਐਗਰੀਮੈਂਟ ਸੋ ਮੇਡ ਸ਼ੈਲ ਬੀ ਪ੍ਰੋਵਾਈਡਡ ਦੈਟ ਇਨ ਰਿਸਪੈਕਟ ਆਫ ਐਨੀ ਮੈਟਰ। ਇਹਦੇ ਵਿੱਚ ਕੀ ਕਹਿੰਦਾ, ਇਨ ਰਿਸਪੈਕਟ ਆਫ ਐਨੀ ਮੈਟਰ, ਕਿਸੇ ਵੀ ਮੈਟਰ ਤੇ ਜਿੱਥੇ ਉਹ ਐਗਰੀਮੈਂਟ ਸਾਇਲੈਂਟ ਹੋਊਗਾ ਉੱਥੇ ਇਹ ਵਾਲੇ ਰੂਲਸ ਐਪਲੀਕੇਬਲ ਹੋ ਜਾਣਗੇ, ਸਿਵਲ ਸਰਵਿਸ ਰੂਲਸ ਐਪਲੀਕੇਬਲ ਹੋ ਜਾਣਗੇ। ਦੇਖੋ ਪੜ੍ਹ ਕੇ ਕੀ ਕਹਿੰਦਾ। In respect of any matter for which no provisions has been made in the agreement, provisions of these rules ਦਾ ਕੀ ਮਤਲਬ ਹੋ ਗਿਆ, ਪੰਜਾਬ ਸਿਵਲ ਸਰਵਿਸ ਰੂਲ ਅਪਲਾਈ ਹੋਣਗੇ। ਠੀਕ ਹੈ ਫਰੈਂਡਸ, ਤਾਂ ਇਸ ਤੋਂ ਬਾਅਦ ਆ ਗਿਆ ਆਪਣਾ 1.4 ਰੂਲ। 1.4 ਆ ਗਿਆ, these rules shall not apply। ਪਹਿਲਾਂ ਆਪਾਂ ਪੜਿਆ ਸੀਗਾ shall apply, ਹੁਣ ਆਪਾਂ ਪੜਾਂਗੇ shall not apply। ਤਾਂ ਉਸ ਤੋਂ ਬਾਅਦ ਆ ਗਿਆ, if a government employee between whom and the government a specific contract submits his specific contract or agreement subsists in respect of any matter dealt with herein to the extent up to which a specific provision is made in the contract or agreement। ਠੀਕ ਹੈ, ਜਿਨ੍ਹਾਂ ਇੰਪਲੋਈਜ਼ ਨਾਲ ਕੋਈ ਸਪੈਸ਼ਲ ਕੰਟਰੈਕਟ ਕੀਤਾ ਗਿਆ ਤਾਂ ਉਹਨਾਂ ਤੇ ਇਹ ਵਾਲੇ ਰੂਲਸ ਐਪਲੀਕੇਬਲ ਨਹੀਂ ਹੋਣਗੇ। ਸੈਕਿੰਡ ਆਪਣਾ ਆ ਜਾਏਗਾ, any person for whose appointment and condition of service special provision is made by under any law for time being in force। ਮਤਲਬ ਕਿਸੇ ਹੋਰ ਲਾਅ ਦੇ ਅਕੋਰਡਿੰਗ ਜੇ ਉਹਦੀ ਪੋਸਟ ਵਾਸਤੇ ਕੋਈ ਸਪੈਸ਼ਲ ਅਪਾਇੰਟਮੈਂਟ ਦੇ ਰੂਲਸ ਜਾਂ ਰਿਕਰੂਟਮੈਂਟ ਰੂਲਸ ਬਣਾਏ ਗਏ ਨੇ ਤਾਂ ਉਹਨਾਂ ਤੇ ਉਹ ਐਪਲੀਕੇਬਲ ਹੋਣਗੇ, ਇਹ ਨਹੀਂ ਐਪਲੀਕੇਬਲ ਹੋਣਗੇ। Any government employee or class of government employee to whom the competent authority may by general or special order direct that they shall not apply in whole or in part one of such classes of government employee is that employed only occasionally or which is subject to discharge in 1 month। ਮਤਲਬ ਜਿਹਨੂੰ 1 ਮਹੀਨੇ ਦੇ ਮਤਲਬ ਨੋਟਿਸ ਤੇ ਕੱਢਿਆ ਜਾ ਸਕਦਾ ਤਾਂ ਉਹਨਾਂ ਤੇ ਵੀ ਇਹ ਰੂਲਸ ਐਪਲੀਕੇਬਲ ਨਹੀਂ ਹੋਣਗੇ। ਕੰਪੀਟੈਂਟ ਅਥਾਰਟੀ ਮਤਲਬ ਡਿਸਾਈਡ ਕਰ ਸਕਦੀ ਹੈ ਵੀ ਕਿਸ ਹੱਦ ਤੱਕ ਉਹਨਾਂ ਤੇ ਰੂਲਸ ਐਪਲੀਕੇਬਲ ਹੋਣਗੇ ਤੇ ਕਿਸ ਹੱਦ ਤੋਂ ਬਾਅਦ ਨਹੀਂ ਹੋਣਗੇ। ਉਸ ਤੋਂ ਬਾਅਦ ਇਸ ਦੇ ਨੋਟ ਦੇ ਵਿੱਚ ਦੱਸਿਆ ਹੋਇਆ ਕਿ ਮੋਡਲ ਆਫ ਐਗਰੀਮੈਂਟ ਮਤਲਬ CSR ਦੇ ਵਿੱਚ ਦਿੱਤਾ ਹੋਇਆ ਆਪਾਂ ਨੂੰ, ਮਤਲਬ ਕੰਟਰੈਕਟ ਦਾ ਇੱਕ ਐਗਰੀਮੈਂਟ ਦਾ ਸੈਂਪਲ ਦਿੱਤਾ ਹੋਇਆ। ਉਸ ਤੋਂ ਬਾਅਦ ਆ ਗਿਆ ਰੂਲ 1.5। 1.5 ਕੀ ਕਹਿੰਦਾ, ਇਫ ਐਨੀ ਡਾਊਟ ਅਰਾਈਜ਼ਿਜ਼ whether these rules shall apply to any person or not, the decision shall lie with the competent authority। ਮਤਲਬ ਆਪਾਂ ਉਂਝ ਤਾਂ ਪੜ੍ਹ ਲਿਆ ਵੀ ਕਿੰਨਾ ਤੇ ਰੂਲਸ ਐਪਲੀਕੇਬਲ ਹੋਣਗੇ ਤੇ ਕਿੰਨਾ ਤੇ ਨਹੀਂ ਹੋਣਗੇ, ਪਰ ਫਿਰ ਵੀ ਜੇ ਆਪਣੇ ਮਾਈਂਡ 'ਚ ਕੋਈ ਡਾਊਟ ਰਹਿ ਜਾਂਦਾ ਵੀ ਇਹ ਰੂਲਸ ਇਸ ਕੈਟੇਗਰੀ ਵਾਸਤੇ ਅਪਲਾਈ ਹੋਣਗੇ ਕਿ ਨਹੀਂ ਹੋਣਗੇ ਤਾਂ ਉਹਦਾ ਫਾਈਨਲ ਡਿਸੀਜਨ ਉਹਦਾ ਕੌਣ ਲੈ ਸਕਦਾ ਹੈ, ਕੰਪੀਟੈਂਟ ਅਥਾਰਟੀ ਉਹਦਾ ਫਾਈਨਲ ਡਿਸੀਜਨ ਲੈ ਸਕਦੀ ਹੈ। ਕੰਪੀਟੈਂਟ ਅਥਾਰਟੀ ਇਸ ਦੀ ਮਤਲਬ ਉਹ ਫਾਈਨਲ ਡਿਸੀਜਨ ਲੈ ਸਕਦੀ ਹੈ। ਉਸ ਤੋਂ ਬਾਅਦ ਆਪਣਾ ਰੂਲ ਆ ਜਾਏਗਾ 1.6। 1.6 ਦੇ ਵਿੱਚ ਕੀ ਲਿਖਿਆ ਹੈ, ਨਥਿੰਗ ਇਨ ਦੀਜ਼ ਰੂਲ ਸ਼ੈਲ ਓਪਰੇਟ ਟੂ ਡਿਪਰਾਈਵ ਐਨੀ ਪਰਸਨ ਔਰ ਐਨੀ right or privilege to which he is entitled by under any law or by the terms of his agreement। ਹੁਣ ਇਸ ਨੂੰ ਥੋੜਾ ਜਿਹਾ ਸਮਝਾਂਗੇ ਵੀ ਜਦੋਂ ਉਸ ਨਾਲ ਕੋਈ ਐਗਰੀਮੈਂਟ ਹੋਇਆ ਐਗਰੀਮੈਂਟ ਦੇ ਵਿੱਚ ਉਹਨੂੰ ਕੋਈ ਬੈਨੀਫਿਟ ਦਿੱਤਾ ਹੋਇਆ ਪਰ ਇਹ ਰੂਲਸ ਦੇ ਵਿੱਚ ਉਹਨੂੰ ਬੈਨੀਫਿਟ ਨਹੀਂ ਮਿਲ ਰਿਹਾ ਤਾਂ ਆਪਾਂ ਉਹ ਬੈਨੀਫਿਟ ਉਸ ਨੂੰ ਦੇ ਦੇਣਾ। ਮਤਲਬ ਆਪਾਂ ਉਸ ਨੂੰ ਡਿਪਰਾਈਵ ਆਫ ਨਹੀਂ ਕਰਨਾ ਜੋ ਉਹਦਾ ਹੱਕ ਬਣਦਾ ਹੈ ਉਸ ਤੋਂ, ਜਾਂ ਕਿਸੇ ਹੋਰ ਲਾਅ ਦੇ ਵਿੱਚ ਉਸ ਨੂੰ ਕੋਈ ਬੈਨੀਫਿਟ ਦਿੱਤੇ ਗਏ ਨੇ ਪਰ CSR ਰੂਲਸ ਦੇ ਵਿੱਚ ਉਸ ਤੋਂ ਬੈਨੀਫਿਟ ਖੋਇਆ ਜਾ ਰਿਹਾ
ਤਾਂ ਆਪਾਂ ਉਹ ਨਹੀਂ ਕਰਨਾ, ਯਾਨੀ ਕਿ ਉਸਨੂੰ ਉਸਦੇ ਹੱਕ ਤੋਂ ਡਿਪਰਾਈਵ ਆਫ ਨਹੀਂ ਕਰਨਾ ਆਪਾਂ। ਉਸ ਤੋਂ ਬਾਅਦ ਆ ਜਾਏਗਾ ਆਪਣਾ ਰੂਲ 1.7। 1.7 ਦੇ ਵਿੱਚ ਕੀ ਹੈ, ਅਨਲੈਸ ਅਦਰਵਾਈਜ਼ ਪ੍ਰੋਵਾਈਡਡ ਇਨ ਐਨੀ ਰੂਲ ਔਰ ਰੂਲਸ ਇਹ ਗਵਰਨਮੈਂਟ EMPLOYEES claim to pay and allowances shall regulated by the rules in force at the time in respect of which the pay and allowances are earned। ਤਾਂ 1.7 ਆਪਾਂ ਨੂੰ ਰੂਲ ਕਹਿੰਦਾ ਹੈ ਵੀ ਜਿਹੜੇ ਇਹ ਰੂਲਸ ਨੇ ਪੇ ਐਂਡ ਅਲਾउंसेस ਵਾਸਤੇ ਕਦੋਂ ਤੋਂ ਐਪਲੀਕੇਬਲ ਹੋਣਗੇ। ਕਹਿੰਦੇ ਪੇ ਐਂਡ ਅਲਾउंसेस ਵਾਸਤੇ ਇਹ ਰੂਲਸ ਉਦੋਂ ਤੋਂ ਐਪਲੀਕੇਬਲ ਹੋਣਗੇ ਜਦੋਂ ਤੋਂ ਪੇ ਐਂਡ ਅਲਾउंसेस ਅਰਨਡ ਕੀਤੇ ਨੇ ਆਪਾਂ। ਉਸ ਤੋਂ ਬਾਅਦ ਲਿਖਿਆ ਹੋਇਆ ਹੈ ਟੂ ਟਰੈਵਲਿੰਗ ਅਲਾउंस ਬਾਈ ਦੀ ਰੂਲਸ in force at the time of journey in respect of which they have been the journey have been made। ਮਤਲਬ ਜਦੋਂ ਉਹ ਜਰਨੀ ਤੇ ਗਿਆ ਉਸ ਟਾਈਮ ਜੋ ਰੂਲਸ ਚੱਲਦੇ ਸੀ ਤਾਂ ਟੀਏ ਉਹਦਾ ਉਸ ਟਾਈਮ ਦੇ ਰੂਲਸ ਦੇ ਨਾਲ ਚੱਲੇਗਾ। to leave by the rules applicable to him at the time of leave is applied for and granted। ਕਹਿੰਦੇ ਲੀਵ ਵਾਸਤੇ ਇਹ ਰੂਲਸ ਮਤਲਬ ਜਦੋਂ ਬੰਦਾ ਲੀਵ ਅਪਲਾਈ ਕਰੇਗਾ ਤਾਂ ਲੀਵ ਗ੍ਰਾਂਟ ਹੋ ਜਾਏਗੀ ਤਾਂ ਉਹਦੇ ਵਾਸਤੇ ਉਸ ਟਾਈਮ ਤੇ ਰੂਲ ਹੀ ਚੱਲਣਗੇ ਜਿਸ ਟਾਈਮ ਉਸਨੇ ਲੀਵ ਅਪਲਾਈ ਕੀਤੀ ਸੀ ਤੇ ਲੀਵ ਉਹਨੂੰ ਗ੍ਰਾਂਟ ਹੋ ਗਈ। ਪਰ ਅੱਗੇ ਲਿਖਿਆ ਹੋਇਆ ਪੈਨਸ਼ਨ ਵਾਸਤੇ ਐਂਡ ਟੂ ਪੈਨਸ਼ਨ ਵਾਸਤੇ ਦੇਖੋ ਪੈਨਸ਼ਨ ਬਾਈ ਦੀ ਰੂਲਸ ਇਨ ਫੋਰਸ ਐਪਲੀਕੇਬਲ ਟੂ ਹਿਮ ਐਟ ਦੀ ਟਾਈਮ ਵੈਨ ਦੀ ਗਵਰਨਮੈਂਟ EMPLOYEE ਰਿਟਾਇਰਸ ਔਰ ਡਿਸਚਾਰਜ ਫਰੋਮ ਹਿਸ ਸਰਵਿਸ ਆਫ ਗਵਰਨਮੈਂਟ। ਮਤਲਬ ਜਦੋਂ ਉਹ ਰਿਟਾਇਰ ਹੋਏਗਾ ਉਸ ਟਾਈਮ ਜੋ ਰੂਲਸ ਚੱਲ ਰਹੇ ਹੋਣਗੇ ਉਹ ਰੂਲਸ ਉਸ ਤੇ ਐਪਲੀਕੇਬਲ ਹੋ ਜਾਣਗੇ। ਉਸ ਤੋਂ ਬਾਅਦ ਆਪਣਾ ਰੂਲ ਆ ਗਿਆ ਰੂਲ 1.8। 1.8 ਦੇ ਵਿੱਚ ਕੀ ਲਿਖਿਆ ਦੀ ਪਾਵਰ ਆਫ ਇੰਟਰਪ੍ਰੀਟਿੰਗ ਚੇਂਜਿੰਗ ਐਂਡ ਰਿਲੈਕਸਿੰਗ ਦੀ ਰੂਲਸ ਇਜ਼ ਵੈਸਟਡ ਇਨ ਦੀ ਡਿਪਾਰਟਮੈਂਟ ਆਫ ਫਾਈਨਾਂਸ। ਮਤਲਬ ਇਸ ਰੂਲ ਨੂੰ ਆਪਾਂ ਖੁਦ ਨਹੀਂ ਇੰਟਰਪ੍ਰੀਟ ਕਰ ਸਕਦੇ। ਸਿਰਫ ਇੰਟਰਪ੍ਰੀਟ ਚੇਂਜ ਜਾਂ ਰਿਲੈਕਸ ਇਹ ਆਪਾਂ ਨੂੰ ਸਿਰਫ ਫਾਈਨਾਂਸ ਡਿਪਾਰਟਮੈਂਟ ਕਰ ਸਕਦਾ। ਜੇ ਆਪਾਂ ਕਿਸੇ ਰੂਲ ਦੀ ਰਿਲੈਕਸੇਸ਼ਨ ਵਾਸਤੇ ਕੋਈ ਕੇਸ ਬਣਾਇਆ ਤਾਂ ਉਹ ਸਿਰਫ ਫਾਈਨਾਂਸ ਡਿਪਾਰਟਮੈਂਟ ਹੀ ਉਸ ਨੂੰ ਡੀਲ ਕਰ ਸਕਦਾ। ਆਪਾਂ ਆਪਣੇ ਲੈਵਲ ਤੇ ਕਿਸੇ ਨੂੰ ਕੋਈ ਰਿਲੈਕਸੇਸ਼ਨ ਨਹੀਂ ਦੇ ਸਕਦੇ। ਉਸ ਤੋਂ ਬਾਅਦ ਆ ਗਿਆ ਨੋਟ 1 ਕਮਿਊਨੀਕੇਸ਼ਨ ਰਿਗਾਰਡਿੰਗ ਇੰਟਰਪ੍ਰੀਟੇਸ਼ਨ ਅਲਟਰੇਸ਼ਨ ਆਫ ਥੀਸ ਰੂਲਸ ਸ਼ੁੱਡ ਬੀ ਐਡਰੈਸਡ ਟੂ ਡਿਪਾਰਟਮੈਂਟ ਆਫ ਫਾਈਨਾਂਸ ਥਰੂ ਦੀ ਏਡੀ। ਮਤਲਬ ਸਿੱਧਾ ਕੇਸ ਫਾਈਨਾਂਸ ਡਿਪਾਰਟਮੈਂਟ ਨੂੰ ਨਹੀਂ ਜਾ ਸਕਦਾ, ਏਡੀ ਦੇ ਥਰੂ ਕੇਸ ਬਣਾ ਕੇ ਤੁਸੀਂ ਡਿਪਾਰਟਮੈਂਟ ਆਫ ਫਾਈਨਾਂਸ ਨੂੰ ਭੇਜੋਗੇ ਜੇ ਤੁਸੀਂ ਕਿਸੇ ਵੀ ਰੂਲ ਦੀ ਇੰਟਰਪ੍ਰੀਟੇਸ਼ਨ ਲੈਣੀ ਹੈ, ਰੂਲ ਨੂੰ ਚੇਂਜ ਕਰਾਉਣਾ ਜਾਂ ਰੂਲ ਦੀ ਰਿਲੈਕਸੇਸ਼ਨ ਲੈਣੀ ਹੈ। ਠੀਕ ਹੈ। ਉਸ ਤੋਂ ਬਾਅਦ ਆਪਣਾ ਆ ਜਾਏਗਾ ਨੋਟ 2। ਨੋਟ 2 ਦੇ ਵਿੱਚ ਕੀ ਲਿਖਿਆ ਵੇਅਰ ਦੀ ਡਿਪਾਰਟਮੈਂਟ ਆਫ ਫਾਈਨਾਂਸ is satisfied that the operation of any of these rules regulating the condition of service of state employees or any class of such government employee causes undue hardship। ਇਹ ਜ਼ਰੂਰੀ ਹੈ ਜਦੋਂ ਡਿਪਾਰਟਮੈਂਟ ਆਫ ਫਾਈਨਾਂਸ ਮਤਲਬ ਮੰਨ ਜਾਂਦਾ ਵੀ ਉਹਨਾਂ ਦਾ ਕੋਈ ਰੂਲ ਅਨਡਿਊ ਹਾਰਡਸ਼ਿਪ ਦੇ ਰਿਹਾ ਕਿਸੇ ਨੂੰ ਇਨ ਐਨੀ ਪਰਟੀਕੂਲਰ ਕੇਸ ਕਿਸੇ ਇੱਕ ਕੇਸ ਦੇ ਵਿੱਚ ਜਾਂ ਕਿਸੇ ਸਪੈਸੀਫਿਕ ਕੇਸ ਦੇ ਵਿੱਚ it may order dispense with ਔਰ ਰਿਲੈਕਸ ਦੀ ਰਿਕੁਆਇਰਮੈਂਟਸ ਆਫ ਦੈਟ ਰੂਲ। ਮਤਲਬ ਉਹ ਕਹਿ ਸਕਦੀ ਹੈ ਵੀ ਇਸ ਤੇ ਉਹ ਰੂਲ ਅਪਲਾਈ ਨਾ ਕਰੋ ਜਾਂ ਉਹਦੀਆਂ ਕੁਝ ਕੰਡੀਸ਼ਨਸ ਰਿਲੈਕਸ ਕਰ ਦਿਓ of that rule of such extent and subject to the condition as it may consider necessary for dealing with the case in just and equitable manner। ठीक है, मतलब इंडिविजुअल केस फाइनेंस डिपार्टमेंट डिसाइड करेगा भी उस वास्ते ये कंडीशन आप रिलैक्स करनी है या उसनों डिस्पेंस विद करना है। उस बाद लास्ट की लिखा है दी एक्सप्रेशन स्टेट गवर्नमेंट एम्प्लॉयज मीन्स ऑल पर्सनस whose conditions of service may be regulated by rules made by Governor of Punjab under the proviso to Article 309 of Constitution of India। ठीक है फ्रेंड्स, ये अपना सीगा चैप्टर 1। तो चलो होपफुली जे सारे नूं पसंद आया तो फिर आपां अगे भी इसनूं कंटिन्यू करांगे। थैंक यू।